31 ਅਗਸਤ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ। ਤਾਂ ਆਓ ਜਾਣਦੇ ਹਾਂ 31 ਅਗਸਤ ਦੇ ਇਤਿਹਾਸ ਬਾਰੇ। 31 ਅਗਸਤ 1995 ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ। ਆਜ਼ਾਦ ਭਾਰਤ ਵਿੱਚ ਕਿਸੇ ਮੁੱਖ ਮੰਤਰੀ ਦੇ ਕਤਲ ਦਾ ਇਹ ਪਹਿਲਾ ਮਾਮਲਾ ਸੀ। ਬੇਅੰਤ ਸਿੰਘ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਨ ਅਤੇ 1992 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਉਸ ਸਮੇਂ ਪੰਜਾਬ ਵਿੱਚ ਵੱਖਵਾਦ ਆਪਣੇ ਸਿਖਰ ਤੇ ਸੀ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਸੂਬੇ ਨੂੰ ਅਸਥਿਰ ਕਰ ਦਿੱਤਾ ਸੀ। 31 ਅਗਸਤ 1995 ਬੇਅੰਤ ਸਿੰਘ ਸਕੱਤਰੇਤ ਦੇ ਬਾਹਰ ਕਾਰ ਵਿੱਚ ਬੈਠੇ ਸਨ ਤਦ ਇੱਕ ਵੱਖਵਾਦੀ ਕੱਟੜਪੰਥੀ ਮਨੁੱਖੀ ਬੰਬ ਦੇ ਭੇਸ ਵਿੱਚ ਉੱਥੇ ਪਹੁੰਚੇ ਅਤੇ ਆਪਣੇ ਆਪ ਨੂੰ ਉਡਾ ਲਿਆ। ਇਸ ਧਮਾਕੇ ਵਿੱਚ ਬੇਅੰਤ ਸਿੰਘ ਸਮੇਤ 17 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਕਈ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ। 31 ਜੁਲਾਈ 2007 ਨੂੰ ਅਦਾਲਤ ਨੇ ਇਸ ਮਸ਼ਹੂਰ ਕੇਸ ਵਿੱਚ ਆਪਣਾ ਫੈਸਲਾ ਸੁਣਾਇਆ। ਇਸ ਮਾਮਲੇ ਦੇ ਮਾਸਟਰਮਾਈਂਡ ਜਗਤਾਰ ਸਿੰਘ ਹਵਾਰਾ ਅਤੇ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ, ਜਦਕਿ 3 ਦੋਸ਼ੀਆਂ ਗੁਰਮੀਤ, ਲਖਵਿੰਦਰ ਅਤੇ ਸ਼ਮਸ਼ੇਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇੱਕ ਦੋਸ਼ੀ ਨਸੀਬ ਸਿੰਘ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। 31 ਅਗਸਤ 1956 ਨੂੰ ਭਾਰਤ 'ਚ ਰਾਜ ਪੁਨਰਗਠਨ ਬਿੱਲ ਪਾਸ ਕੀਤਾ ਗਿਆ ਸੀ। ਇਸ ਬਿੱਲ ਨੇ ਭਾਸ਼ਾਈ ਅਤੇ ਸੱਭਿਆਚਾਰੀ ਲਿਹਾਜ਼ ਤੇ ਭਾਰਤੀ ਰਾਜਾਂ ਦੀਆਂ ਸਰਹੱਦਾਂ ਦਾ ਪੁਨਰਗਠਨ ਕੀਤਾ। ਇਸ ਐਕਟ ਨੇ ਆਜ਼ਾਦ ਭਾਰਤ ਦੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਸਾਲ 1947 ਵਿੱਚ ਆਜ਼ਾਦੀ ਮਿਲਣ ਤੋਂ ਬਾਅਦ ਭਾਰਤ ਦੀ ਸਭ ਤੋਂ ਵੱਡੀ ਚੁਣੌਤੀ ਦੇਸ਼ ਨੂੰ ਇਕਜੁੱਟ ਰੱਖਣਾ ਸੀ ਕਿਉਂਕਿ ਆਜ਼ਾਦ ਭਾਰਤ ਵਿੱਚ ਵੰਡ ਦੀ ਵੱਖਰੀ ਮੰਗ ਉੱਠਣੀ ਸ਼ੁਰੂ ਹੋ ਗਈ ਸੀ। ਇਹ ਮੰਗ ਭਾਸ਼ਾ ਦੇ ਆਧਾਰ ਤੇ ਰਾਜਾਂ ਦੀ ਵੰਡ ਦੀ ਸੀ। ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਗਈ ਸੀ। ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ ਅਤੇ ਪਟਾਭੀ ਸਿੱਧਰਮਈਆ ਇਸ ਕਮੇਟੀ ਦੇ ਮੈਂਬਰ ਸਨ। ਫਿਰ 31 ਅਗਸਤ 1956 ਨੂੰ ਰਾਜ ਪੁਨਰਗਠਨ ਬਿੱਲ ਪਾਸ ਕੀਤਾ ਗਿਆ ਸੀ। ਇਸ ਬਿੱਲ ਦੇ ਤਹਿਤ ਦੇਸ਼ ਦੇ ਕਈ ਰਾਜਾਂ ਦੀਆਂ ਹੱਦਾਂ ਬਦਲ ਕੇ ਨਵੇਂ ਰਾਜ ਬਣਾਏ ਗਏ ਸਨ। ਰਾਜ ਪੁਨਰਗਠਨ ਐਕਟ ਦੇ ਤਹਿਤ ਭਾਰਤ ਵਿੱਚ 14 ਰਾਜ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਗਏ ਸਨ। ਇਸ ਐਕਟ ਦੇ ਪਾਸ ਹੋਣ ਤੋਂ ਬਾਅਦ ਭਾਰਤੀ ਸੰਘੀ ਢਾਂਚੇ ਵਿੱਚ ਸਥਿਰਤਾ ਆਈ ਅਤੇ ਰਾਜਾਂ ਵਿੱਚ ਸੰਤੁਲਨ ਕਾਇਮ ਹੋਇਆ। ਭਾਰਤ ਦੇ 2 ਪੜਾਅ ਵਾਲੇ ਰਾਕੇਟ ਰੋਹਿਣੀ MMC-1 ਨੂੰ 31 ਅਗਸਤ 1968 ਨੂੰ ਸਫਲਤਾਪੂਰਵਕ ਲਾਂਚ ਕੀਤਾ ਗਿਆ ਸੀ। ਇਹ ਭਾਰਤ ਦਾ ਪਹਿਲਾ ਸਵਦੇਸ਼ੀ ਤੌਰ ਤੇ ਵਿਕਸਿਤ ਸਾਊਂਡਿੰਗ ਰਾਕੇਟ ਸੀ। ਸਾਊਂਡ ਰਾਕੇਟ ਉਹ ਹੁੰਦੇ ਹਨ ਜੋ ਵਿਗਿਆਨਕ ਖੋਜ ਲਈ ਵਰਤੇ ਜਾਂਦੇ ਹਨ। ਇਸ ਕਿਸਮ ਦੇ ਰਾਕੇਟ ਦਾ ਮਕਸਦ ਧਰਤੀ ਦੇ ਵਾਯੂਮੰਡਲ ਦੇ ਹੇਠਲੇ ਹਿੱਸੇ ਵਿੱਚ ਵੱਖ-ਵੱਖ ਭੌਤਿਕ ਅਤੇ ਮੌਸਮ ਵਿਗਿਆਨੀ ਅੰਕੜਿਆਂ ਨੂੰ ਇਕੱਠਾ ਕਰਨਾ ਹੈ। 31 ਅਗਸਤ 1968 ਨੂੰ ਰੋਹਿਣੀ MMC-1 ਨੂੰ ਥੁੰਬਕਟੋਲ ਰਾਕੇਟ ਲਾਂਚ ਸਟੇਸ਼ਨ ਕੇਰਲ ਤੋਂ ਲਾਂਚ ਕੀਤਾ ਗਿਆ ਸੀ। ਇਸ ਰਾਕੇਟ ਦਾ ਸਫਲ ਲਾਂਚ ਇਸਰੋ ਲਈ ਇੱਕ ਵੱਡੀ ਪ੍ਰਾਪਤੀ ਸੀ ਕਿਉਂਕਿ ਇਹ ਪੂਰੀ ਤਰ੍ਹਾਂ ਸਵਦੇਸ਼ੀ ਤੌਰ ਤੇ ਵਿਕਸਿਤ ਰਾਕੇਟ ਸੀ। ਇਹ ਲਾਂਚ ਭਾਰਤ ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਹੁਨਰ ਅਤੇ ਸਮਰੱਥਾਵਾਂ ਦਾ ਪ੍ਰਮਾਣ ਸੀ ਅਤੇ ਭਵਿੱਖ ਵਿੱਚ ਇਸਰੋ ਦੇ ਵੱਡੇ ਮਿਸ਼ਨਾਂ ਲਈ ਆਧਾਰ ਬਣਾਇਆ ਗਿਆ ਸੀ। ਇਸ ਤੋਂ ਬਾਅਦ ਇਸਰੋ ਨੇ ਕਈ ਹੋਰ ਰਾਕੇਟ ਵਿਕਸਿਤ ਕੀਤੇ ਜਿਨ੍ਹਾਂ ਵਿੱਚ ਸਭ ਤੋਂ ਪ੍ਰਮੁੱਖ ਪੋਲਰ ਸੈਟੇਲਾਈਟ ਲਾਂਚ ਵਹੀਕਲ ਯਾਨੀ ਕਿ PSLV ਅਤੇ ਜਿਓਕ੍ਰੋਨਸਿਸ ਸੈਟੇਲਾਈਟ ਲਾਂਚ ਵਹੀਕਲ ਯਾਨੀ ਕਿ GSLV ਹੈ। 31 ਅਗਸਤ 1997 ਨੂੰ ਬ੍ਰਿਟੇਨ ਦੀ ਰਾਜਕੁਮਾਰੀ ਲੇਡੀ ਡਾਇਨਾ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਦੱਸਿਆ ਜਾਂਦਾ ਹੈ ਕਿ ਉਸ ਸਮੇਂ ਲੇਡੀ ਡਾਇਨਾ ਦੇ ਨਾਲ ਫਿਲਮ ਨਿਰਮਾਤਾ ਡੌਡੀ ਫਾਇਰ ਕਾਰ ਵਿੱਚ ਸਨ। ਇਸ ਹਾਦਸੇ ਵਿੱਚ ਡਰਾਈਵਰ ਸਮੇਤ ਦੋਵਾਂ ਦੀ ਮੌਤ ਹੋ ਗਈ ਸੀ। ਕਿਹਾ ਜਾਂਦਾ ਹੈ ਕਿ ਲੇਡੀ ਡਾਇਨਾ ਅਤੇ ਡੌਡੀ ਫਾਇਰ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਤੁਹਾਨੂੰ ਦੱਸ ਦੇਈਏ ਪ੍ਰਿੰਸ ਚਾਰਲਸ ਅਤੇ ਲੇਡੀ ਡਾਇਨਾ ਦਾ 28 ਅਗਸਤ 1996 ਨੂੰ ਤਲਾਕ ਹੋ ਗਿਆ ਸੀ। ਤਲਾਕ ਨੂੰ ਬ੍ਰਿਟੇਨ ਅਤੇ ਦੁਨੀਆ ਭਰ ਵਿੱਚ ਬਹੁਤ ਜ਼ਿਆਦਾ ਪ੍ਰਚਾਰਿਆ ਗਿਆ ਸੀ ਕਿਉਂਕਿ ਇਹ ਇੱਕ ਸ਼ਾਹੀ ਵਿਆਹ ਦੇ ਅੰਤ ਨੂੰ ਦਰਸਾਉਂਦਾ ਸੀ। ਬ੍ਰਿਟਿਸ਼ ਗੱਦੀ ਦੇ ਵਾਰਿਸ ਪ੍ਰਿੰਸ ਚਾਰਲਸ ਨੇ 29 ਜੁਲਾਈ 1981 ਨੂੰ ਲੇਡੀ ਡਾਇਨਾ ਸਪੈਂਸਰ ਨਾਲ ਵਿਆਹ ਕੀਤਾ ਸੀ। ਡਾਇਨਾ ਅਤੇ ਡੌਡੀ ਫਾਇਰ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਦੋਹਾਂ ਨੇ ਇਕੱਠੇ ਦੇਖ ਕੇ ਪੱਤਰਕਾਰਾਂ ਨੇ ਉਹਨਾਂ ਦੀ ਫੋਟੋ ਨੂੰ ਖਿੱਚਣੀ ਚਾਹੀ। ਪੱਤਰਕਾਰਾਂ ਤੋਂ ਬਚਣ ਲਈ ਕਾਰ ਦੇ ਡਰਾਈਵਰ ਨੇ ਅਚਾਨਕ ਸਪੀਡ ਵਧਾ ਦਿੱਤੀ ਜਿਸ ਕਾਰਨ ਇਹ ਬੇਕਾਬੂ ਹੋ ਕੇ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਉਹਨਾਂ ਦੇ ਵਿਆਹ ਤੋਂ ਬਾਅਦ ਪ੍ਰਿੰਸ ਚਾਰਲਸ ਅਤੇ ਲੇਡੀ ਡਾਇਨਾ ਦੇ 2 ਪੁੱਤਰ ਸਨ ਜਿਨ੍ਹਾਂ ਦਾ ਨਾਮ ਪ੍ਰਿੰਸ ਵਿਲੀਅਮ ਅਤੇ ਪ੍ਰਿੰਸ ਹੈਰੀ ਸਨ। ਹਾਲਾਂਕਿ ਉਹਨਾਂ ਦੇ ਵਿਆਹ ਵਿੱਚ ਜਲਦ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਸ਼ੁਰੂ ਹੋ ਗਿਆ ਜਿਸ ਵਿੱਚ ਪ੍ਰਿੰਸ ਚਾਰਲਸ ਦਾ ਚਾਰਲਸ ਦੀ ਸਾਬਕਾ ਪ੍ਰੇਮਿਕਾ ਕੈਮਲਾ ਪਾਰਕਰ ਬਾਊਸ ਨਾਲ ਅਫੇਅਰ ਸ਼ਾਮਿਲ ਹੈ। ਕਿਰਗਿਸਤਾਨ ਅਤੇ ਉਜ਼ਬੇਕਿਸਤਾਨ ਨੇ 31 ਅਗਸਤ 1991 ਨੂੰ ਸੋਵੀਅਤ ਸੰਘ ਤੋਂ ਆਜ਼ਾਦੀ ਪ੍ਰਾਪਤ ਕੀਤੀ। ਇਸ ਦਿਨ ਦੋਵਾਂ ਦੇਸ਼ਾਂ ਨੇ ਸੋਵੀਅਤ ਯੂਨੀਅਨ ਤੋਂ ਆਜ਼ਾਦੀ ਦਾ ਐਲਾਨ ਕੀਤਾ ਅਤੇ ਆਜ਼ਾਦ ਰਾਸ਼ਟਰਾਂ ਵਜੋਂ ਆਪਣੀ ਪਛਾਣ ਸਥਾਪਿਤ ਕੀਤੀ। ਕਿਰਗਿਸਤਾਨ ਅਤੇ ਉਜ਼ਬੇਕਿਸਤਾਨ ਮੱਧ ਏਸ਼ੀਆ ਦੇ ਦੋਵੇਂ ਦੇਸ਼ ਹਨ ਜੋ ਕਈ ਸਦੀਆਂ ਤੋਂ ਵੱਖ-ਵੱਖ ਸਾਮਰਾਜਾਂ ਦੇ ਅਧੀਨ ਰਹੇ। 19ਵੀਂ ਸਦੀ ਦੇ ਅਖੀਰ ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਇਹ ਖੇਤਰ ਰੂਸ ਦੇ ਕੰਟਰੋਲ ਵਿੱਚ ਆ ਗਏ ਅਤੇ ਬਾਅਦ ਵਿੱਚ ਸੋਵੀਅਤ ਸੰਘ ਦਾ ਹਿੱਸਾ ਬਣ ਗਏ। ਸੋਵੀਅਤ ਯੂਨੀਅਨ ਨੇ ਇਹਨਾਂ ਦੇਸ਼ਾਂ ਤੇ ਆਪਣਾ ਰਾਜਨੀਤਿਕ, ਆਰਥਿਕ ਅਤੇ ਸੱਭਿਆਚਾਰਕ ਕੰਟਰੋਲ ਮਜ਼ਬੂਤ ਕੀਤਾ ਜਦਕਿ ਕਿਰਗਿਸਤਾਨ ਨੇ ਆਜ਼ਾਦੀ ਤੋਂ ਬਾਅਦ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਵੱਲ ਤਰੱਕੀ ਕੀਤੀ। ਉਜ਼ਬੇਕਿਸਤਾਨ ਨੇ ਇੱਕ ਵਧੇਰੇ ਕੇਂਦਰੀਕ੍ਰਿਤ ਅਤੇ ਸਥਿਰਤਾ ਆਧਾਰਿਤ ਰਾਜਨੀਤਿਕ ਮਾਡਲ ਅਪਣਾਇਆ। 31 ਅਗਸਤ ਕਿਰਗਿਸਤਾਨ ਅਤੇ ਉਜ਼ਬੇਕਿਸਤਾਨ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਦਿਨ ਹੈ। ਇਹ ਦਿਨ ਆਜ਼ਾਦੀ, ਰਾਸ਼ਟਰੀ ਪਛਾਣ ਅਤੇ ਖੁਦਮੁਖਤਿਆਰੀ ਦਾ ਪ੍ਰਤੀਕ ਹੈ। ਇਸ ਦਿਨ ਨੂੰ ਦੋਵਾਂ ਦੇਸ਼ਾਂ ਵਿੱਚ ਸੁਤੰਤਰਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਤੇ ਰਾਸ਼ਟਰੀ ਸਮਾਰੋਹ, ਪਰੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ।
ਟ੍ਰਿਨੀਡਾਡ ਅਤੇ ਟੋਬੈਗੋ ਨੇ 31 ਅਗਸਤ 1962 ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਪ੍ਰਾਪਤ ਕੀਤੀ। ਟ੍ਰਿਨੀਡਾਡ ਅਤੇ ਟੋਬੈਗੋ ਕੈਰੀਬੀਅਨ ਸਾਗਰ ਵਿੱਚ ਸਥਿਤ ਦੀਪ ਸਮੂਹ ਹਨ, ਜਿਨ੍ਹਾਂ ਦੀ ਖੋਜ ਕ੍ਰਿਸਟੋਫਰ ਕੋਲੰਬਸ ਦੁਆਰਾ 1498 ਵਿੱਚ ਕੀਤੀ ਗਈ ਸੀ। ਇਸ ਤੋਂ ਬਾਅਦ ਇਹ ਟਾਪੂ ਲੰਬੇ ਸਮੇਂ ਤੱਕ ਸਪੇਨੀ ਅਤੇ ਫਿਰ ਬ੍ਰਿਟਿਸ਼ ਬਸਤੀ ਬਣੇ ਰਹੇ। 19ਵੀਂ ਸਦੀ ਵਿੱਚ ਬ੍ਰਿਟਿਸ਼ ਬਸਤੀਵਾਦ ਸ਼ਾਸਨ ਦੌਰਾਨ ਇੱਥੇ ਗੰਨੇ ਦੇ ਬੂਟੇ ਲਗਾਏ ਗਏ ਸਨ ਅਤੇ ਵੱਡੀ ਗਿਣਤੀ ਵਿੱਚ ਅਫਰੀਕੀ ਗੁਲਾਮ ਅਤੇ ਭਾਰਤੀ ਮਜ਼ਦੂਰਾਂ ਨੂੰ ਇੱਥੇ ਲਿਆਂਦਾ ਗਿਆ ਸੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆ ਭਰ ਵਿੱਚ ਬਸਤੀਵਾਦ ਖਿਲਾਫ ਅੰਦੋਲਨ ਤੇਜ਼ ਹੋ ਗਿਆ। 1950 ਦੇ ਦਹਾਕੇ ਵਿੱਚ ਟ੍ਰਿਨੀਡਾਡ ਅਤੇ ਟੋਬੈਗੋ ਵਿੱਚ ਆਜ਼ਾਦੀ ਦੀਆਂ ਮੰਗਾਂ ਵਿੱਚ ਵੀ ਵਾਧਾ ਹੋਇਆ। ਐਰਿਕ ਵਿਲੀਅਮਸ ਜੋ ਬਾਅਦ ਵਿੱਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ, ਉਹਨਾਂ ਨੇ ਦੇਸ਼ ਦੀ ਆਜ਼ਾਦੀ ਅੰਦੋਲਨ ਦੀ ਅਗਵਾਈ ਕੀਤੀ। 1956 ਵਿੱਚ ਵਿਲੀਅਮਸ ਦੀ ਪਾਰਟੀ ਪੀਪਲਜ਼ ਨੈਸ਼ਨਲ ਮੂਵਮੈਂਟ ਨੇ ਚੋਣ ਜਿੱਤੀ ਅਤੇ ਉਹਨਾਂ ਨੇ ਬ੍ਰਿਟਿਸ਼ ਸਰਕਾਰ ਉੱਤੇ ਸਵੈ ਸ਼ਾਸਨ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। 1962 ਵਿੱਚ ਬ੍ਰਿਟੇਨ ਨੇ ਟ੍ਰਿਨੀਡਾਡ ਅਤੇ ਟੋਬੈਗੋ ਨੂੰ ਪੂਰੀ ਤਰ੍ਹਾਂ ਆਜ਼ਾਦੀ ਦੇਣ ਦਾ ਫੈਸਲਾ ਕੀਤਾ। 31 ਅਗਸਤ 1962 ਨੂੰ ਟ੍ਰਿਨੀਡਾਡ ਅਤੇ ਟੋਬੈਗੋ ਨੇ ਬ੍ਰਿਟਿਸ਼ ਕਾਮਨਵੈਲਥ ਦੇ ਅੰਦਰ ਇੱਕ ਸੁਤੰਤਰ ਸ਼ਾਸਨ ਵਜੋਂ ਆਪਣਾ ਨਵਾਂ ਦਰਜਾ ਪ੍ਰਾਪਤ ਕੀਤਾ।